ਸਤਿ ਸ੍ਰੀ ਅਕਾਲ। ਸਾਹਿਤਕ ਸਾਥੀ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਵਤਾਰ ਸਿੰਘ ਪਾਸ਼ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਾਂਗੇ। ਪਰ ਇਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਨਾਲ ਹੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਕਲਾਸ ਦੇ ਨਾਲ ਸੰਬੰਧਿਤ ਪਲੇਲਿਸਟ ਓਪਨ ਕਰਕੇ ਉਸ ਵਿੱਚ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਸੁਣ ਸਕਦੇ ਹੋ ਅਤੇ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਵੀ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪ ਦਾ ਸਭ ਕੁਝ ਸਹਿਣ ਕਰ ਜਾਣਾ। ਘਰਾਂ ਤੋਂ ਜਾਣਾ ਕੰਮ 'ਤੇ ਕੰਮ ਤੋਂ ਘਰ ਜਾਣਾ, ਪਰ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਇਹਨਾਂ ਕਾਵਿ ਸਤਰਾਂ ਦੇ ਲੇਖਕ ਅਵਤਾਰ ਸਿੰਘ ਪਾਸ਼, ਜੋ ਕਿ ਕ੍ਰਾਂਤੀਕਾਰੀ ਸੁਰ ਵਾਲੇ ਸ਼ਾਇਰ ਗਿਣੇ ਜਾਂਦੇ ਹਨ, ਜਿਨ੍ਹਾਂ ਦੀ ਕਵਿਤਾ ਜੋ ਹੈ 1970ਵੇਂ ਦੇ ਵਿੱਚ ਉਪਜੀ ਨਕਸਲਵਾਦੀ ਲਹਿਰ ਦੀ ਉਪਜ ਹੈ। ਉਹ ਇੱਕ ਜੁਝਾਰਵਾਦੀ ਕਵੀ ਹਨ ਜਿਨ੍ਹਾਂ ਦੀ ਕਵਿਤਾ ਦੇ ਵਿੱਚ ਇੱਕ ਵੰਗਾਰ ਹੈ, ਇੱਕ ਲਲਕਾਰ ਹੈ। ਅਜਿਹਾ ਕ੍ਰਾਂਤੀਕਾਰੀ ਸ਼ਾਇਰ ਅਵਤਾਰ ਸਿੰਘ ਪਾਸ਼, ਜਿਸ ਦਾ ਜਨਮ 9 ਸਤੰਬਰ 1950 ਈਸਵੀ ਨੂੰ ਪਿੰਡ ਤਲਵੰਡੀ ਸਲੇਮ, ਜੋ ਕਿ ਜ਼ਿਲ੍ਹਾ ਜਲੰਧਰ ਦੇ ਨੇੜੇ ਪੈਂਦਾ ਹੈ, ਵਿਖੇ ਹੋਇਆ। ਇਹਨਾਂ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਇੱਕ ਆਮ ਕਿਸਾਨ ਸਨ, ਦਰਮਿਆਨੇ, ਜਿਨ੍ਹਾਂ ਦੇ ਆਰਥਿਕ ਹਾਲਾਤ ਜਿਹੜੇ ਸਨ ਉਹ ਵੀ ਕੋਈ ਬਹੁਤ ਜ਼ਿਆਦਾ ਖੁਸ਼ਗਵਾਰ ਨਹੀਂ ਸਨ। ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਉਂਦਿਆਂ ਹੋਇਆਂ ਅਵਤਾਰ ਸਿੰਘ ਪਾਸ਼ ਨੇ 1964 ਦੇ ਵਿੱਚ ਆਪਣੇ ਗੁਆਂਢੀ ਪਿੰਡ ਖੀਵਾ ਤੋਂ 8ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਵੱਲੋਂ ਕਿਨਾਰਾ ਕਰ ਲਿਆ ਅਤੇ ਬਾਅਦ ਦੇ ਵਿੱਚ 1976 ਦੇ ਵਿੱਚ ਦੁਬਾਰਾ ਜੋ ਹੈ ਪਾਸ਼ ਨੇ ਆਪਣੀ ਪੜ੍ਹਾਈ ਦੇ ਨਾਲ ਨਾਤਾ ਜੋੜਿਆ। 10ਵੀਂ ਦੀ ਪ੍ਰੀਖਿਆ ਪਾਸ ਕੀਤੀ। 1978 ਦੇ ਵਿੱਚ JBT ਵੀ ਪਾਸ ਕਰ ਲਈ ਔਰ 1978 ਦਾ ਵਰ੍ਹਾ ਜੋ ਹੈ ਇਹ ਪਾਸ਼ ਦੇ ਲਈ ਵਿਸ਼ੇਸ਼ ਵਰ੍ਹਾ ਹੋ ਨਿਬੜਦਾ ਹੈ, ਕਿਉਂਕਿ 1978 ਦੇ ਵਿੱਚ ਹੀ JBT ਹੁੰਦੀ ਹੈ ਔਰ 1978 ਦੇ ਵਿੱਚ ਹੀ ਰਾਜਵਿੰਦਰ ਕੌਰ ਇਹਨਾਂ ਦੀ ਜੀਵਨ ਸਾਥਣ ਬਣ ਕੇ ਇਹਨਾਂ ਦੀ ਜ਼ਿੰਦਗੀ ਵਿੱਚ ਆਉਂਦੀ ਹੈ ਔਰ 1978 ਦੇ ਵਿੱਚ ਹੀ ਇਹਨਾਂ ਨੇ ਆਪਣੀ ਜੋ ਇੱਕ ਪੁਸਤਕ ਸੀ ਸਾਡੇ ਸਮਿਆਂ ਵਿੱਚ, ਉਹ ਪ੍ਰਕਾਸ਼ਿਤ ਕਰਵਾਈ। ਸੋ ਇਸ ਤਰ੍ਹਾਂ 1978 ਦਾ ਵਰ੍ਹਾ ਜਿਹੜਾ ਹੈ ਪ੍ਰਕਾਸ਼ ਦੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਵਰ੍ਹਾ ਹੋ ਨਿਬੜਦਾ ਹੈ। ਕਿੱਤਾ ਇਹਨਾਂ ਦਾ ਮੁੱਖ ਜੋ ਸੀ ਉਹ ਲੇਖਨ ਹੀ ਸੀ। ਇੱਕ ਸਰਗਰਮ ਕਾਰਕੁਨ ਵੀ ਰਹੇ ਔਰ ਬਾਰਡਰ ਸਿਕਿਉਰਿਟੀ ਦੇ ਵਿੱਚ ਜੋ ਹੈ ਇਹਨਾਂ ਨੇ 3 ਮਹੀਨੇ ਦੇ ਕਰੀਬ ਜੋਬ ਕੀਤੀ ਵੀ ਦੱਸੀ ਜਾਂਦੀ ਹੈ, ਜਿਸ ਤੋਂ ਇਹਨਾਂ ਨੇ ਛੇਤੀ ਹੀ ਸੇਵਾ ਮੁਕਤੀ ਹਾਸਿਲ ਕਰ ਲਈ ਔਰ 23 ਮਾਰਚ 1988 ਈਸਵੀ ਦੇ ਜੋ ਇੱਕ ਅਸ਼ੁਭ ਦਿਹਾੜਾ ਸੀ ਕਹਿ ਸਕਦੇ ਹਾਂ, 23 ਮਾਰਚ 1988 ਈਸਵੀ ਨੂੰ ਪਾਸ਼ ਨੂੰ ਜੋ ਹੈ ਗੋਲੀਆਂ ਦੇ ਨਾਲ ਭੁੰਨ ਕੇ ਇਸ ਦੁਨੀਆ ਤੋਂ ਹੀ ਖਤਮ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਾਸ਼ ਜੋ ਹੈ ਭਾਵੇਂ ਇਸ ਦੁਨੀਆ ਤੋਂ ਰੁਖਸਤ ਕਰ ਜਾਂਦਾ ਹੈ, ਪਰ ਸਾਹਿਤ ਪ੍ਰੇਮੀਆਂ ਦੀਆਂ ਜੋ ਸਮ੍ਰਿਤੀਆਂ ਦੇ ਵਿੱਚ, ਚੇਤਿਆਂ ਦੇ ਵਿੱਚ ਅਜੇ ਤੱਕ ਵੀ ਜਿਉਂਦਾ ਹੈ। ਪਾਸ਼ ਨੇ ਰਚਨਾਵਾਂ ਜੋ ਹਨ ਪੰਜਾਬੀ ਸਾਹਿਤ ਨੂੰ ਜੋ ਦਿੱਤੀਆਂ, ਉਹਨਾਂ ਨੂੰ ਅਸੀਂ ਗਿਣਤੀ ਵਜੋਂ ਬੇਸ਼ੱਕ ਘੱਟ ਕਹਿ ਸਕਦੇ ਹਾਂ, ਭਾਵ ਗਿਣਾਤਮਕ ਪੱਖੋਂ ਤਾਂ ਉਹ ਥੋੜ੍ਹੀਆਂ ਹਨ, ਪਰ ਗੁਣਾਤਮਕ ਪੱਖੋਂ ਜੋ ਹੈ ਉਹਨਾਂ ਮਿਆਰ ਪੱਖੋਂ ਜੋ ਬਹੁਤ ਉੱਚੀਆਂ ਰਚਨਾਵਾਂ ਹਨ। ਸਿਰਫ 4 ਰਚਨਾਵਾਂ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਦੇ ਵਿੱਚੋਂ 3 ਉਹਨਾਂ ਨੇ ਜਿਉਂਦੇ ਜੀ ਖੁਦ ਪ੍ਰਕਾਸ਼ਿਤ ਕਰਵਾਈਆਂ। ਲੋਕ ਕਥਾ 1970 ਦੇ ਵਿੱਚ, ਉਡਦੇ ਬਾਜਾਂ ਮਗਰ 1974 ਵਿੱਚ ਅਤੇ ਸਾਡੇ ਸਮਿਆਂ ਵਿੱਚ 1978। ਇਹ 3 ਪੁਸਤਕਾਂ ਔਰ ਚੌਥੀ ਪੁਸਤਕ ਖਿਲਰੇ ਹੋਏ ਵਰਕੇ ਜੋ ਹੈ ਇਹਨਾਂ ਦੇ ਮਰਨ ਤੋਂ ਬਾਅਦ 1999 ਈਸਵੀ ਦੇ ਵਿੱਚ ਇਹਨਾਂ ਦੇ ਜੋ ਸਾਥੀਆਂ ਦੁਆਰਾ ਪ੍ਰਕਾਸ਼ਿਤ ਕਰਵਾਈ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਅਮਰਜੀਤ ਚੰਦਨ ਦਾ ਨਾਮ ਵਿਸ਼ੇਸ਼ ਜ਼ਿਕਰਯੋਗ ਹੈ, ਜਿਨ੍ਹਾਂ ਨੇ ਇਹਨਾਂ ਦੀਆਂ ਅਣਛਪੀਆਂ ਕਵਿਤਾਵਾਂ, ਚਿੱਠੀਆਂ, ਡਾਇਰੀ ਲਿਖਣ ਦਾ ਵੀ ਪਾਸ਼ ਨੂੰ ਸ਼ੌਂਕ ਸੀ, ਉਸ ਦੀ ਸੰਪਾਦਨਾ ਕੀਤੀ। ਔਰ ਪਾਸ਼ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ
ਰਸਾਲੇ ਵੀ ਕੱਢੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਰਸਾਲਾ ਹੈ ਸਿਆੜ ਨਾਂ ਦਾ ਰਸਾਲਾ। ਪਰ ਇਹ ਸਿਆਲਾ ਜੋ ਹੈ ਛੇਤੀ ਹੀ ਬੰਦ ਹੋ ਜਾਂਦਾ ਹੈ ਰਸਾਲਾ, ਕਿਉਂਕਿ ਇਹ 1972 ਦੇ ਵਿੱਚ ਸ਼ੁਰੂ ਕੀਤਾ ਜਾਂਦਾ ਹੈ ਔਰ 73 ਦੇ ਵਿੱਚ ਇਹ ਬੰਦ ਵੀ ਹੋ ਜਾਂਦਾ ਹੈ। ਬੰਦ ਹੋਣ ਦਾ ਕਾਰਨ ਕਿਉਂਕਿ ਪਾਸ਼ ਨੂੰ ਜੋ ਹੈ ਇਸ ਦੇ ਗਰਮ ਖਿਆਲੀ ਨਜ਼ਰੀਏ ਕਰਕੇ, ਵਿਚਾਰਾਂ ਸਦਕਾ ਇਸ ਨੂੰ ਨਕਸਲਵਾਦੀ ਲਹਿਰ ਦੇ ਨਾਲ ਜੁੜਿਆ ਹੋਇਆ ਗਰਦਾਨ ਕੇ ਜਾਂ ਸਮਝ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਰਿਹਾ ਹੋਣ ਤੋਂ ਬਾਅਦ ਫਿਰ ਇਹ ਹੇਮ ਜੋਤੀ ਨਾਮ ਦਾ ਰਸਾਲਾ ਕੱਢਦੇ ਹਨ, ਉਹ ਵੀ ਜਲਦੀ ਹੀ ਬੰਦ ਹੋ ਜਾਂਦਾ ਹੈ। 1982 ਦੇ ਵਿੱਚ ਇਹਨਾਂ ਦੇ ਘਰ ਜਦੋਂ ਬੇਟੀ ਵਿੰਕਲ ਦਾ ਜਨਮ ਹੁੰਦਾ ਹੈ, ਇਹਨਾਂ ਦੀ ਇੱਕੋ ਇੱਕ ਇਕਲੌਤੀ ਧੀ ਹੈ, ਵਿੰਕਲ ਨਾਮ ਹੈ ਉਸਦਾ, ਔਰ 1982 ਦੇ ਵਿੱਚ ਪੈਦਾ ਹੋਈ। ਉਸ ਤੋਂ ਬਾਅਦ ਇਹ ਥੋੜ੍ਹਾ ਜ਼ਿੰਮੇਦਾਰੀ ਨੂੰ ਸਮਝਦਿਆਂ ਹੋਇਆਂ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇੱਕ ਸਕੂਲ ਵੀ ਸ਼ੁਰੂ ਕੀਤਾ, ਔਰ ਇਹ ਸਕੂਲ ਜਿਹੜਾ ਸੀ ਇਹਨਾਂ ਨੇ 1989 ਦੇ ਵਿੱਚ ਸ਼ੁਰੂ ਕੀਤਾ, ਔਰ ਨਾਲ ਦੀ ਨਾਲ ਇਹਨਾਂ ਨੇ ਹਾਕ ਨਾਂ ਦਾ ਇੱਕ ਰਸਾਲਾ ਵੀ ਜਾਰੀ ਕੀਤਾ। ਪਰ ਇਹ ਦੋਵੇਂ ਸਕੂਲ ਵੀ ਅਤੇ ਹਾਕ ਨਾਂ ਦਾ ਰਸਾਲਾ ਵੀ ਇੱਕੋ ਵਰ੍ਹੇ ਵਿੱਚ ਸ਼ੁਰੂ ਹੁੰਦੇ ਹਨ ਅਤੇ ਛੇਤੀ ਹੀ ਇਹ ਜੋ ਹੈ ਖ਼ਤਮ ਵੀ ਹੋ ਜਾਂਦੇ ਹਨ, ਕਿਉਂਕਿ ਕਾਮਯਾਬ ਨਹੀਂ ਹੋ ਸਕੇ, ਕਿਉਂਕਿ ਉਸ ਵੇਲੇ ਜੋ ਪੰਜਾਬ ਦੀਆਂ ਪ੍ਰਸਥਿਤੀਆਂ ਸਨ ਉਹ ਬੜੀਆਂ ਨਾ ਖੁਸ਼ਗਵਾਰ ਸਨ। ਔਰ ਇਹ ਹਾਕ ਨਾਂ ਦਾ ਰਸਾਲਾ ਜੋ ਸੀ ਇਹ ਹੱਥ ਲਿਖਤ ਹੀ ਕੱਢਦੇ ਸਨ, ਇਹ ਵੀ ਰਸਾਲਾ ਬੰਦ ਹੋ ਗਿਆ। ਅਤੇ ਉਸ ਤੋਂ ਬਾਅਦ ਦੇਸ਼ ਪ੍ਰਦੇਸ਼ ਨਾਂ ਦਾ ਜੋ ਰਸਾਲਾ ਲੰਡਨ ਤੋਂ ਪ੍ਰਕਾਸ਼ਿਤ ਹੁੰਦਾ ਸੀ, ਉਸ ਦੇ ਵਿੱਚ ਇਹ ਪੱਤਰ ਪ੍ਰੇਰਕ ਵਜੋਂ ਵੀ ਆਪਣਾ ਯੋਗਦਾਨ ਦਿੰਦੇ ਰਹੇ। ਔਰ ਐਂਟੀ 47 ਫਰੰਟ ਨਾਮ ਦਾ ਰਸਾਲਾ ਵੀ ਇਹਨਾਂ ਨੇ ਕੱਢਿਆ, ਜੋ ਕਿ ਅਸਲ ਦੇ ਵਿੱਚ ਇਹਨਾਂ ਦੀ ਮੌਤ ਦਾ ਸਬੱਬ ਵੀ ਬਣਿਆ ਮੰਨਿਆ ਜਾਂਦਾ ਹੈ। ਪਾਸ਼ ਦੀਆਂ ਰਚਨਾਵਾਂ ਜੋ ਹਨ ਲੋਕ ਕਥਾ ਅਤੇ ਉੱਡਦੇ ਬਾਜਾਂ ਮਗਰ, ਕਿਉਂਕਿ ਪਾਸ਼ ਜੋ ਸੀ ਇੱਕ ਪਰੰਪਰਾ ਭੰਜਕ ਭਾਵ ਪਰੰਪਰਾਗਤ ਮੁਹਾਵਰੇ ਦਾ ਵਿਰੋਧੀ ਸ਼ਖਸ ਸੀ। ਸੋ ਇਹਨਾਂ ਦੋਹਾਂ ਪੁਸਤਕਾਂ ਦੇ ਵਿੱਚ ਇਹ ਇਸ ਦਾ ਜੋ ਪਰੰਪਰਾ ਭੰਜਕ ਨਜ਼ਰੀਆ ਹੈ ਇਹ ਪੂਰੇ ਸਿਖਰ 'ਤੇ ਸੀ। ਔਰ ਸਾਡੇ ਸਮਿਆਂ ਦੇ ਵਿੱਚ ਪੁਸਤਕ ਜੋ ਹੈ ਇਸ ਦੇ ਵਿੱਚ ਥੋੜ੍ਹਾ ਆਤਮ ਚਿੰਤਨ ਅਤੇ ਵਿਸ਼ਲੇਸ਼ਣੀ ਸੁਰ ਜਿਹੜਾ ਹੈ ਉਹ ਅਪਣਾ ਲੈਂਦੇ ਹਨ। ਪਰ ਖਿਲਰੇ ਹੋਏ ਵਰਕੇ ਜਿਹੜੇ ਕਾ ਪੁਸਤਕ ਇਹਨਾਂ ਦੇ ਮਰਨ ਤੋਂ ਉਪਰੰਤ ਪ੍ਰਕਾਸ਼ਿਤ ਹੁੰਦੀ ਹੈ, ਇਸ ਦੇ ਵਿੱਚ ਇਹਨਾਂ ਦੇ ਜੋ ਚਿੰਤਨ ਦੇ ਕੁਝ ਨਵੇਂ ਹੀ ਪਸਾਰ ਉੱਭਰ ਕੇ ਸਾਹਮਣੇ ਆਏ। ਪਾਸ਼ ਦੀਆਂ ਸਾਹਿਤਕ ਰਚਨਾਵਾਂ ਦੀ ਬਦੌਲਤ ਜੋ ਹੈ ਇਹਨਾਂ ਨੂੰ ਜਿਉਂਦੇ ਜੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ 1985 ਈਸਵੀ ਦੇ ਵਿੱਚ ਫੈਲੋਸ਼ਿਪ ਵੀ ਹਾਸਿਲ ਹੁੰਦੀ ਹੈ। 1986 ਈਸਵੀ ਦੇ ਵਿੱਚ ਇਹ ਅਮਰੀਕਾ ਚਲੇ ਜਾਂਦੇ ਹਨ, ਔਰ ਅਮਰੀਕਾ ਵਿੱਚ ਰਹਿੰਦਿਆਂ ਹੋਇਆਂ ਜਾਂ ਕੰਮ ਕਰਦਿਆਂ ਹੋਇਆਂ ਜੋ ਇਹਨਾਂ ਨੇ ਉੱਥੇ ਮਹਿਸੂਸ ਕੀਤਾ, ਉਸੇ ਦੇ ਫਲਸਵਰੂਪ ਇਹਨਾਂ ਦੀ ਜੋ ਬੇਹੱਦ ਮਕਬੂਲ ਇੱਕ ਕਵਿਤਾ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਇਹ ਕਵਿਤਾ ਉਦੋਂ ਹੀ ਹੋਂਦ ਦੇ ਵਿੱਚ ਆਈ ਜੋ ਕਿ ਸਾਹਿਤਕ ਹਲਕਿਆਂ ਦੇ ਵਿੱਚ ਕਾਫੀ ਸਰਾਹੀ ਗਈ। ਇਸ ਤੋਂ ਬਾਅਦ ਆ ਜਾਂਦਾ ਹੈ ਪਾਸ਼ ਦੀਆਂ ਰਚਨਾਵਾਂ ਦਾ ਵਿਸ਼ਾ ਪੱਖ, ਕਿਉਂਕਿ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਪਾਸ਼ ਇੱਕ ਕ੍ਰਾਂਤੀਕਾਰੀ ਕਵੀ ਸਨ। ਉਹਨਾਂ ਦੀ ਸ਼ਾਇਰੀ ਜੋ ਸੀ ਉਹ ਰੋਹ ਦੀ ਸ਼ਾਇਰੀ ਸੀ, ਭਾਵ ਆਪਣੇ ਚੌਗਿਰਦੇ ਦੇ ਵਿੱਚ ਜੋ ਵਾਪਰਦਾ ਉਹਨਾਂ ਨੇ ਦੇਖਿਆ, ਉਹਨਾਂ ਕਿਰਿਆਵਾਂ ਦੇ ਪ੍ਰਤੀ ਪ੍ਰਤੀਕਿਰਿਆ ਜੋ ਸੀ ਇਹਨਾਂ ਦੀ ਸ਼ਾਇਰੀ ਦੇ ਵਿੱਚ ਮੌਜੂਦ ਹੁੰਦੀ ਸੀ। ਕਿਉਂਕਿ ਪਾਸ਼ ਜੋ ਸੀ ਉਹ ਤਲਖ ਹਕੀਕਤਾਂ ਦੇ ਨਾਲ ਖਹਿ ਕੇ ਲੰਘਣ ਵਾਲਾ ਸ਼ਾਇਰ ਸੀ। ਉਹ ਜ਼ਿੰਦਗੀ ਦੇ ਵਿੱਚ ਜੋ ਹੈ ਯਥਾਰਥ ਨੂੰ ਭੋਗਣਾ, ਯਥਾਰਥ ਨੂੰ ਮਾਨਣਾ, ਯਥਾਰਥ ਦੇ ਵਿੱਚ ਵਿਚਰਦਿਆਂ ਹੋਇਆਂ ਚੱਲਣਾ ਚਾਹੁੰਦਾ ਸੀ। ਭਾਂਜਵਾਦੀ ਨਜ਼ਰੀਏ ਵਾਲਾ ਇਨਸਾਨ ਨਹੀਂ ਸੀ। ਹਾਲਾਤ ਦੇ ਨਾਲ ਜੂਝਣਾ ਉਸਦਾ ਸ਼ੌਂਕ ਸੀ, ਔਰ ਪ੍ਰਤੀਕੂਲ ਪਰਿਸਥਿਤੀਆਂ ਦੇ ਵਿੱਚ ਅੜਨਾ ਖੜਨਾ ਜੋ ਹੈ ਇਹ ਉਸਨੂੰ ਮੁਹਾਰਤ ਹਾਸਿਲ ਸੀ, ਉਸਦੀ ਸਮਰੱਥਾ ਦੇ ਵਿੱਚ ਸ਼ਾਮਿਲ ਸੀ, ਜਾਂ ਉਸਦੀ ਦੇ ਨਜ਼ਰੀਏ ਦੇ ਵਿੱਚ, ਉਸਦੇ ਲਹੂ ਦੇ ਵਿੱਚ ਇਹ ਗੱਲਾਂ ਸ਼ਾਮਿਲ ਸਨ। ਪ੍ਰਗਤੀਵਾਦੀ ਵਿਚਾਰਧਾਰਾ ਜੋ ਸੀ ਉਹ ਕਿਉਂਕਿ ਗਰਮ ਖਿਆਲੀ ਸੀ, ਪ੍ਰਗਤੀਵਾਦੀ ਵਿਚਾਰ ਸਨ ਉਸਦੇ, ਔਰ ਜੋ ਪ੍ਰਗਤੀਵਾਦੀ ਵਿਚਾਰਧਾਰਾ ਦਾ ਸ਼ਖਸ ਹੈ ਉਹ ਆਸ਼ਾਵਾਦੀ ਨਜ਼ਰੀਆ ਜੋ ਹੈ ਉਸਦਾ ਜ਼ਰੂਰ ਹੁੰਦਾ ਹੈ। ਕਿਉਂਕਿ ਅਜਿਹਾ ਸ਼ਖਸ ਜ਼ਿੰਦਗੀ ਦੇ ਵਿੱਚ ਕਰਮ ਕਰਨ ਵਿੱਚ ਵਿਸ਼ਵਾਸ ਰੱਖਣ ਵਾਲਾ ਹੁੰਦਾ ਹੈ, ਹੱਥ 'ਤੇ ਹੱਥ ਧਰ ਕੇ ਨਹੀਂ ਬੈਠਦਾ। ਉਹਦੇ ਕੋਲ ਦ੍ਰਿਸ਼ਟੀ ਵੀ ਹੁੰਦੀ ਹੈ, ਇੱਕ ਸੂਝ ਵੀ ਹੁੰਦੀ ਹੈ, ਚਿੰਤਨ ਵੀ ਕਰਦਾ ਹੈ, ਮਨਨ ਵੀ ਕਰਦਾ ਹੈ, ਪਰ ਸਭ ਕੁਝ ਦੇ ਨਾਲ ਨਾਲ ਉਹ ਜ਼ਿੰਦਗੀ ਦੇ ਪ੍ਰਤੀ ਆਸਵੰਦ ਵੀ ਰਹਿੰਦਾ ਹੈ। ਉਸ ਨੂੰ ਜ਼ਿੰਦਗੀ ਤੋਂ ਜੋ ਹੈ ਬੜੀਆਂ ਆਸਾਂ ਹੁੰਦੀਆਂ ਹਨ। ਉਹ ਵਰਤਮਾਨ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਭਵਿੱਖ ਦੇ ਲਈ ਕਰਮ ਕਰਦਾ ਹੈ। ਪਰਿਵਰਤਨ ਲਈ ਉਸਦਾ ਸੰਘਰਸ਼ ਜੋ ਹੈ ਉਹ ਕਦੇ ਵੀ ਸ਼ਾਂਤ ਨਹੀਂ ਹੁੰਦਾ। ਔਰ ਇਸ ਦੀ ਤਰਜਮਾਨੀ ਉਸਦੀ ਇੱਕ ਕਵਿਤਾ
ਦੇ ਵਿੱਚ ਵੀ ਹੁੰਦੀ ਹੈ, ਜਿਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤੂਫਾਨਾਂ ਨੇ ਕਦੇ ਮਾਤ ਨਹੀਂ ਖਾਧੀ ਨਾਮ ਦੀ ਕਵਿਤਾ ਹੈ, ਜਿਸ ਦੇ ਵਿੱਚ ਉਹ ਜੋ ਹੈ ਮੌਜੂਦਾ ਸਮਾਜ ਨੂੰ ਜਾਂ ਹਾਕਮ ਨੂੰ ਲਲਕਾਰਦਾ ਹੋਇਆ ਕਹਿ ਰਿਹਾ ਹੈ ਕਿ ਸੁਣੋ ਉਹ ਭਰਮ ਦੇ ਪੁੱਤੋ, ਹਵਾ ਨੇ ਦਿਸ਼ਾ ਨਹੀਂ ਬਦਲੀ। ਤੁਹਾਡੇ ਸ਼ਮਿਆਨੇ ਅੱਜ ਵੀ ਡਿੱਗੇ, ਭਲਕ ਵੀ ਡਿੱਗੇ, ਹਵਾ ਇਸੇ ਦਿਸ਼ਾ 'ਤੇ ਫੇਰ ਵਗਣੀ ਹੈ, ਤੂਫਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ। ਇਸ ਤਰ੍ਹਾਂ ਸੰਘਰਸ਼ ਜੋ ਹੈ ਪਾਸ਼ ਦੀ ਜ਼ਿੰਦਗੀ ਦਾ ਹਾਸਿਲ ਹੈ ਔਰ ਵਿਅੰਗਾਤਮਕ ਵਤੀਰਾ ਹੈ ਉਸਦਾ, ਕਿਉਂਕਿ ਪਾਸ਼ ਦੀ ਕਵਿਤਾ ਜੋ ਹੈ ਉਹ ਆਦਰਸ਼ਾਂ ਨੂੰ ਕਬੂਲ ਨਹੀਂ ਕਰਦੀ ਜਾਂ ਆਦਰਸ਼ਾਂ ਦੀ ਮੁਥਾਜ ਨਹੀਂ ਹੈ ਕਹਿ ਸਕਦੇ ਅਸੀਂ। ਉਹ ਜ਼ਿੰਦਗੀ ਨੂੰ ਜੋ ਹੈ ਆਪਣੇ ਸਮਗਰ ਰੂਪ ਦੇ ਵਿੱਚ ਜੋ ਖੂਬੀਆਂ ਅਤੇ ਖਾਮੀਆਂ ਦੇ ਸਮੇਤ ਪ੍ਰਵਾਨ ਕਰਦਾ ਹੈ। ਉਸਦੀ ਕ੍ਰਾਂਤੀਕਾਰੀ ਸੁਰ ਜਿਹੜੀ ਹੈ ਉਸ ਦੇ ਵਿੱਚ ਵਿਅੰਗ ਦੀ ਇੱਕ ਚੋਭ ਹੁੰਦੀ ਹੈ। ਔਰ ਕਿਉਂਕਿ ਪਾਸ਼ ਜੋ ਹੈ ਭਗਤ ਸਿੰਘ ਦਾ ਆਸ਼ਕ ਹੈ, ਗੁਰੂ ਗੋਬਿੰਦ ਸਿੰਘ ਦਾ ਉਪਾਸ਼ਕ ਹੈ, ਇਹ ਦੋਵੇਂ ਕ੍ਰਾਂਤੀਕਾਰੀ ਨਾਇਕ ਜੋ ਹਨ ਉਹ ਉਸ ਦੇ ਆਦਰਸ਼ ਹਨ, ਮਾਡਲ ਹਨ ਔਰ ਉਹਨਾਂ ਤੋਂ ਹੀ ਸੇਧ ਲੈ ਕੇ, ਉਹਨਾਂ ਤੋਂ ਪ੍ਰੇਰਨਾ ਲੈ ਕੇ, ਉਹਨਾਂ ਤੋਂ ਸ਼ਕਤੀ ਲੈ ਕੇ ਇੱਕ ਤਰ੍ਹਾਂ ਦੇ ਨਾਲ ਆਪਣੇ ਜੋ ਹੈ ਸਾਹਿਤ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਜੋ ਹੈ ਉਹ ਪ੍ਰਚਾਰਦਾ ਹੈ, ਪ੍ਰਸਾਰਦਾ ਹੈ। ਵਿਸ਼ੇ ਪੱਖ ਦੇ ਨਾਲ ਨਾਲ ਉਸਦੀ ਕਵਿਤਾ ਦਾ ਜੋ ਰੂਪਕ ਪੱਖ ਹੈ ਉਹ ਵੀ ਬੜਾ ਬਲਵਾਨ ਹੈ। ਬੋਲੀ ਸ਼ੈਲੀ ਅਤੇ ਸ਼ਬਦਾਵਲੀ ਉਸਦੀ ਨਿਵੇਕਲੇ ਕਿਸਮ ਦੀ ਹੈ, ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਉਸ ਨੇ ਕਲਮ ਨੂੰ ਜੋ ਹੈ ਕ੍ਰਾਂਤੀ ਦੇ ਲਈ ਇੱਕ ਤਰ੍ਹਾਂ ਦੇ ਨਾਲ ਵਰਤਿਆ ਹੈ। ਉਸ ਦੀਆਂ ਕਾਵਿ ਰਚਨਾਵਾਂ ਦੇ ਵਿੱਚ ਲਲਕਾਰ ਹੈ, ਵੰਗਾਰ ਹੈ, ਉਹ ਸਮੇਂ ਦੇ ਹਾਕਮ ਨੂੰ ਵੀ ਵੰਗਾਰਦਾ ਹੈ। ਉਹ ਆਪਣੇ ਵੇਲੇ ਦਾ ਇੱਕੋ ਇੱਕ ਨਿਵੇਕਲਾ ਅਜਿਹਾ ਸ਼ਾਇਰ ਹੈ ਜੋ ਕਿ ਵੇਲੇ ਦੇ ਹਾਕਮ ਦੇ ਨਾਲ ਵੀ ਸਿੱਧੀ ਟੱਕਰ ਲੈਣ ਵਾਲਿਆਂ ਦੇ ਵਿੱਚੋਂ ਹੈ ਔਰ ਬੜੀ ਦਲੇਰੀ ਦੇ ਨਾਲ ਆਪਣੀ ਗੱਲ ਰੱਖਦਾ ਹੈ ਔਰ ਸਮਾਜਿਕ ਜੀਵਨ ਦੇ ਜਾਂ ਸਾਡੇ ਜੀਵਨ ਦਾ ਜੋ ਕਠੋਰ ਯਥਾਰਥ ਹੈ ਜਾਂ ਗਲਤ ਢਾਂਚਾ ਹੈ ਉਸ ਨੂੰ ਵੀ ਜੋ ਹੈ ਆਪਣੀਆਂ ਸਾਹਿਤਕ ਰਚਨਾਵਾਂ ਦੇ ਵਿੱਚ ਰੂਪਮਾਨ ਕਰਦਾ ਹੈ। ਔਰ ਉਸਦੀ ਕਵਿਤਾ ਦਾ ਜੋ ਮੁਹਾਵਰਾ ਹੈ ਉਹ ਲੋਕ ਪੱਖੀ ਹੈ ਜਾਂ ਲੋਕ ਮੁਖੀ ਹੈ। ਸ਼ੈਲੀ ਵੀ ਜਿਹੜੀ ਹੈ ਉਹ ਵਿਅੰਗਾਤਮਕ ਹੋਣ ਦੇ ਨਾਲ ਨਾਲ ਉਸਦੀ ਸ਼ੈਲੀ ਜਿਹੜੀ ਹੈ ਉਹ ਪੇਂਡੂ ਲਹਿਜੇ ਵਾਲੀ ਹੈ। ਉਸਨੇ ਪਹਿਲੀ ਵਾਰੀ ਆਪਣੀ ਕਵਿਤਾ ਦੇ ਵਿੱਚ, ਆਪਣੀਆਂ ਰਚਨਾਵਾਂ ਦੇ ਵਿੱਚ ਜੋ ਹੈ ਪੇਂਡੂ ਜੀਵਨ, ਜੋ ਹੇਠਲੇ ਤਬਕੇ ਦਾ ਜੋ ਸਧਾਰਨ ਮਨੁੱਖ ਹੈ, ਜੋ ਅੱਤ ਦੀ ਗੁਰਬਤ ਦੇ ਵਿੱਚ ਜੀਵਨ ਜਿਉ ਰਿਹਾ ਹੈ, ਉਸ ਨੂੰ ਆਪਣੀਆਂ ਕਵਿਤਾਵਾਂ ਦਾ ਜੋ ਹੈ ਵਿੱਚ ਚਿਤਰਿਆ ਹੈ। ਉਸਦੀ ਭਾਸ਼ਾ ਨੂੰ, ਉਸਦੇ ਨਜ਼ਰੀਏ ਨੂੰ, ਉਸਨੇ ਉਪਭਾਸ਼ਾ ਜਿਹੜੀ ਵਰਤੀ ਹੈ, ਉਸਦੇ ਜ਼ਿੰਦਗੀ ਦੇ ਜੋ ਬੁਰਾਈਆਂ ਹਨ ਅਤੇ ਚੰਗਿਆਈਆਂ ਹਨ, ਭਾਵ ਉਸਦੀਆਂ ਖਾਮੀਆਂ ਅਤੇ ਖੂਬੀਆਂ ਦੋਹਾਂ ਨੂੰ ਹੀ ਉਸਨੇ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਉਸਦੀ ਕਵਿਤਾ ਦੇ ਅਲੰਕਾਰ ਜੋ ਹਨ ਉਹ ਸੱਜਰੇ ਹਨ, ਮੌਲਿਕ ਹਨ, ਮੁਹਾਂਦਰਾ ਜਿਹੜਾ ਹੈ ਉਹ ਪੇਂਡੂ ਹੈ। ਇਸ ਤਰ੍ਹਾਂ ਪਾਸ਼ ਜੋ ਹੈ ਆਪਣੇ ਵੇਲੇ ਦਾ ਇੱਕ ਬੇਹੱਦ ਸੰਘਰਸ਼ਸ਼ੀਲ ਸ਼ਾਇਰ ਹੋ ਨਿਬੜਿਆ ਹੈ। ਉਸਦੀ ਕਵਿਤਾ ਦੇ ਵਿੱਚੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ ਜਦੋਂ ਉਹ ਲਿਖਦਾ ਹੈ ਕਿ ਮੇਰੇ ਤੋਂ ਆਸ ਨਾ ਰੱਖਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ